ਬਹੁਤ ਇੰਪੋਰਟੈਂਟ ਹੁੰਦਾ ਜਦ ਵੀ ਕੋਈ ਕਪਲ ਆਂਦਾ ਹੈ ਤੇ ਆ ਕੇ ਕਹਿੰਦਾ ਹੈ ਜੀ ਸਾਨੂੰ ਬੱਚਾ ਨਹੀਂ ਹੋ ਰਿਹਾ, ਸਾਨੂੰ ਇੰਨੇ ਸਾਲ ਹੋ ਗਏ ਟਰਾਈ ਕਰਦੇ ਨੂੰ, ਅਸੀਂ ਬਹੁਤ ਟ੍ਰੀਟਮੈਂਟ ਵੀ ਕਰਾ ਲਿਆ, ਤਾਂ ਸਭ ਤੋਂ ਪਹਿਲੀ ਗੱਲ ਹੈਗੀ ਕਾਰਨ ਲੱਭਣਾ। ਲਿਟਰਲੀ ਇੱਕ ਵਿਜ਼ਿਟ ਦੇ ਵਿੱਚ ਆਪਾਂ ਸਭ ਕੁਝ ਟੈਸਟ ਕਰ ਸਕਦੇ ਹਾਂ, ਫੀਮੇਲ ਦਾ ਵੀ ਮੇਲ ਦਾ ਵੀ, ਐਂਡ ਉਹਨਾਂ ਨੂੰ ਲਿਟਰਲੀ ਉਸੇ ਇੱਕ ਵਿਜ਼ਿਟ ਦੇ ਵਿੱਚ ਦੱਸ ਸਕਦੇ ਹੋ ਵੀ ਹਾਂ ਇਸ ਚੀਜ਼ ਵਿੱਚ ਪ੍ਰੋਬਲਮ ਹੈ ਔਰ ਇਹ ਚੀਜ਼ ਬਿਲਕੁਲ ਸਹੀ ਹੈ। ਦਵਾਈਆਂ, ਕੇਅਰ ਔਰ ਥੋੜਾ ਜਿਹਾ ਰੈਸਟ, ਜਸਟ ਫਸਟ 3 ਮੰਥਸ। 3 ਮਹੀਨੇ ਤੋਂ ਬਾਅਦ ਇੱਕ ਨੈਚੁਰਲ ਪ੍ਰੈਗਨੈਂਸੀ ਔਰ IVF ਪ੍ਰੈਗਨੈਂਸੀ ਦੇ ਵਿੱਚ ਕੋਈ ਅੰਤਰ ਨਹੀਂ ਹੈ। ਡਿਲੀਵਰੀ ਦੇ ਮੋਡ ਲੋਕ ਕਹਿੰਦੇ IVF ਹੁੰਦਾ ਤਾਂ ਸਿਜ਼ੇਰੀਅਨ ਨਹੀਂ ਹੁੰਦਾ, ਐਸਾ ਕੁਝ ਨਹੀਂ ਹੈ। ਨਾਓ ਕਮਿੰਗ ਟੂ ਦਿਸ ਫਰਸਟ IVF ਸੀਗਾ, ਸੈਕਿੰਡ ਨਾਰਮਲ ਕਾਫੀ ਕਾਮਨ ਨੇ ਸਾਡੇ ਕੋਲ, ਉਹ ਵੀ ਹੋ ਜਾਂਦਾ ਹੈ ਬਿਕੋਜ਼ ਐਟ ਟਾਈਮਸ ਕੀ ਹੁੰਦਾ ਇੰਨੇ ਸਟ੍ਰੈਸਡ ਹੁੰਦੇ ਆ ਪੇਸ਼ੈਂਟਸ ਨਾ ਕਿ ਫਰਸਟ ਟਾਈਮਸ ਬਿਕੋਜ਼ ਆਫ ਸਟ੍ਰੈਸ ਦੇ ਡੋਂਟ ਕਨਸੀਵ। ਸਟ੍ਰੈਸ ਅਗੇਨ ਲਾਈਫਸਟਾਈਲ ਵਿਚ ਵੀ ਟਾਕ ਵੀ ਫॉरगॉट ਸਟ੍ਰੈਸ। ਓਕੇ ਠੀਕ ਹੈ, ਤਾਂ ਉਹ ਸਟ੍ਰੈਸ ਹੁਣ ਰਿਲੀਵ ਹੋ ਗਿਆ, ਬੱਚਾ ਹੈਗਾ। ਜੋ ਸਵਾਲ ਹੈ ਉਹ ਸਾਰੇ ਸੋਚ ਕੇ ਪੁੱਛ ਕੇ ਜਾਓ, ਇੰਟਰਨੈਟ ਦੇ ਉੱਪਰ ਨਹੀਂ ਡਿਪੈਂਡ ਕਰੋ ਉਸ ਚੀਜ਼ ਵਾਸਤੇ ਕਿ ਆਪਾਂ ਨੇ ਇੱਕ ਚੀਜ਼ ਪਾਈ ਤਾਂ ਉਹਦਾ ਜੋ ਆਨਸਰ ਆਇਆ ਉਹਨੂੰ ਫੜ ਕੇ ਬੈਠ ਕੇ। ਹਮੇਸ਼ਾ ਵਿਜ਼ਿਟ ਕਰੋ ਡਾਕਟਰ ਨੂੰ, ਤਾਂ ਉਸ ਤੋਂ ਬਾਅਦ ਅੱਗੇ ਚੱਲ ਕੇ ਆਪਣੀ ਜੋ ਪ੍ਰੋਬਲਮਸ ਹੈ ਉਹਦਾ ਨਿਵਾਰਨ ਲੈ ਕੇ ਜਾਓ। ਖੁਸ਼ੀਆਂ ਸੈਲੀਬ੍ਰੇਸ਼ਨ ਦਾ ਸਿਨੋਨਿਮ ਬਣ ਜਾਂਦਾ ਹੈ ਜਦ ਸਾਡੇ ਘਰ ਕੋਈ ਨੰਨਾ ਜਿਹਾ ਮਹਿਮਾਨ ਆਉਂਦਾ ਹੈ। ਔਰ ਇਹ ਸਿਰਫ ਪੇਰੈਂਟਸ ਦੇ ਨਹੀਂ ਬਲਕਿ ਪੂਰੀ ਫੈਮਿਲੀ ਦੇ ਲਈ, ਅੜੋਸੀ ਪੜੋਸੀ ਦੇ ਲਈ ਅਜਿਹਾ ਇੱਕ ਜਸ਼ਨ ਹੁੰਦਾ ਹੈ ਜਿਸ ਦੇ ਜ਼ਿਕਰ ਦੇ ਨਾਲ ਹੀ ਚਿਹਰੇ ਤੇ ਸਮਾਈਲ ਆ ਜਾਂਦੀ ਹੈ। ਬਸ ਕੁਝ ਉਸੇ ਖੁਸ਼ੀਆਂ ਦੇ ਨਾਲ ਅੱਜ ਦੇ ਇਸ ਐਪੀਸੋਡ ਦੇ ਵਿੱਚ, ਇਸ ਗੱਲਬਾਤ ਦੇ ਵਿੱਚ ਅਸੀਂ ਤੁਹਾਨੂੰ ਜੋੜ ਰਹੇ ਹਾਂ। ਮੈਂ ਗੀਤਾ ਤੁਹਾਡੇ ਨਾਲ, ਰੋਜ਼ਾਨਾ ਸਪੋਕਸਮੈਨ ਤੋਂ, ਔਰ ਅੱਜ ਸਾਡੇ ਨਾਲ ਨੋਵਾ IVF ਦੇ ਔਰ ਸੈਕਟਰ 34 ਚੰਡੀਗੜ੍ਹ ਦੇ ਅੱਜ ਦੇ ਅਗਰ ਹਸਪੀਟਲ ਦੀ ਅਸੀਂ ਗੱਲ ਕਰੀਏ, ਇੱਕ ਅਜਿਹੀ ਪਰਸਨੈਲਿਟੀ ਜੁੜੇ ਨੇ ਜੋ ਕਿ IVF ਸਪੈਸ਼ਲਿਸਟ ਨੇ, ਡਾਕਟਰ ਮਨੀਸ਼ਾ ਜੈਨ। ਡਾਕਟਰ, ਸ਼ੁਰੂਆਤ ਅਸੀਂ ਕੀਤੀ ਕਿ ਕਿੱਦਾਂ ਜਦੋਂ ਇਸ ਖੁਸ਼ਖਬਰੀ ਦਾ ਜ਼ਿਕਰ ਹੁੰਦਾ ਹੈ ਅਸੀਂ ਘਰ ਜਾ ਕੇ ਦੱਸਦੇ ਹਾਂ, ਇੱਕ ਪੇਰੈਂਟ ਬਣਨ ਵਾਲਾ ਕਪਲ ਇਹ ਗੱਲ ਦੱਸਦਾ ਹੈ ਤੇ ਰੌਣਕਾਂ ਜੀ ਲੱਗ ਜਾਂਦੀਆਂ ਨੇ। ਇਨਫੈਕਟ ਮੈਨੂੰ ਲੱਗਦਾ ਹੈ ਕਿ ਵਿਆਹ ਤੋਂ ਵੱਧ ਕੇ ਖੁਸ਼ੀ ਤਦੋਂ ਹੁੰਦੀ ਹੈ ਜਦੋਂ ਇਹ ਜ਼ਿਕਰ ਹੁੰਦਾ ਹੈ ਕਿ ਘਰ ਦੇ ਐਜ਼ ਐਨ IVF ਸਪੈਸ਼ਲਿਸਟ ਮੈਂ ਹਮੇਸ਼ਾ ਕਹਿੰਦੀ ਹਾਂ, ਬਾਕੀ ਸਭ ਗੱਲਾਂ ਦੀਆਂ ਗੱਲਾਂ, ਰੱਬ ਇੱਕ ਤੰਦਰੁਸਤ ਬੱਚਾ ਹਰ ਕਪਲ ਨੂੰ ਦੇ ਜ਼ਰੂਰ। ਬਹੁਤ ਸਪੈਸ਼ਲ ਗੱਲ ਹੈ, ਜਿਵੇਂ ਤੁਸੀਂ ਕਿਹਾ ਕਿ ਇੱਕ ਬਲੇਸਿੰਗ ਹੈ, ਇੱਕ ਸੈਲੀਬ੍ਰੇਸ਼ਨ ਹੈ, ਔਰ ਹੁਣ IVF ਦੇ ਨਾਲ ਇਹ ਖੁਸ਼ੀਆਂ ਸੈਲੀਬ੍ਰੇਸ਼ਨ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ, ਹਰ ਇੱਕ ਕਪਲ ਦੀ ਜ਼ਿੰਦਗੀ ਦੇ ਵਿੱਚ ਆ ਸਕਦਾ ਹੈ। ਐਂਡ ਤੁਸੀਂ ਇੱਕ ਜ਼ਰੀਆ ਬਣਦੇ ਹੋ, ਨੋਵਾ IVF ਹਸਪੀਟਲ ਇੱਕ ਜ਼ਰੀਆ ਬਣ ਰਿਹਾ ਹੈ। ਤੇ ਜਦੋਂ ਗੱਲ ਆਉਂਦੀ ਹੈ ਕਿ ਇਸ ਜ਼ਰੀਏ ਤੱਕ ਪਹੁੰਚਣ ਦੀ, ਇਸ ਜ਼ਰੀਏ ਤੱਕ ਪਹੁੰਚਣ ਦੇ ਪਿੱਛੇ ਦੇ ਵੀ ਬਹੁਤ ਸਾਰੇ ਕਾਰਨ ਹੁੰਦੇ ਨੇ, ਕਾਰਕ ਹੁੰਦੇ ਨੇ, ਤੇ ਮੈਂ ਜਾਣਨਾ ਚਾਹੁੰਦੀ ਹਾਂ, ਇਨਫੈਕਟ ਮੈਨੂੰ ਲੱਗਦਾ ਜਿਹੜੇ ਸਾਨੂੰ ਵੇਖ ਰਹੇ ਨੇ ਉਹ ਵੀ ਇਹੀ ਜਾਣਨਾ ਚਾਹੁੰਦੇ ਨੇ ਕਿ ਇਹ ਜਿਹੜੀ ਇਨਫਰਟੀਲਿਟੀ ਹੈ ਇਸ ਦੇ ਪਿੱਛੇ ਦੇ ਕਾਰਨ ਕੀ ਨੇ, ਮੇਲ ਔਰ ਫੀਮੇਲ ਦੋਨੋਂ ਦੇ ਵਿੱਚ, ਮੈਂ ਜਾਣਨਾ ਚਾਹੁੰਦੀ। ਬਿਲਕੁਲ ਬਹੁਤ ਇੰਪੋਰਟੈਂਟ ਹੁੰਦਾ ਜਦ ਵੀ ਕੋਈ ਕਪਲ ਆਂਦਾ ਹੈ ਤੇ ਆ ਕੇ ਕਹਿੰਦਾ ਹੈ ਜੀ ਸਾਨੂੰ ਬੱਚਾ ਨਹੀਂ ਹੋ ਰਿਹਾ, ਸਾਨੂੰ ਇੰਨੇ ਸਾਲ ਹੋ ਗਏ ਟਰਾਈ ਕਰਦੇ ਨੂੰ, ਅਸੀਂ ਬਹੁਤ ਟ੍ਰੀਟਮੈਂਟ ਵੀ ਕਰਾ ਲਿਆ, ਤਾਂ ਸਭ ਤੋਂ ਪਹਿਲੀ ਗੱਲ ਹੈਗੀ ਕਾਰਨ ਲੱਭਣਾ। ਬਿਕੋਜ਼ ਪ੍ਰੈਕਟੀਕਲੀ ਹਰ ਕਪਲ ਜੋ ਸ਼ਾਦੀ ਕਰਦਾ ਉਹਨਾਂ ਦਾ ਯੂਜੂਅਲੀ ਪਹਿਲੇ ਸਾਲ ਦੇ ਅੰਦਰ 70, 80, 90% ਲੋਕ ਪ੍ਰੈਗਨੈਂਟ ਹੋ ਜਾਂਦੇ ਹਨ। ਤਾਂ ਜੇ ਆਪਾਂ ਕਾਰਨ ਲੱਭਾਂਗੇ ਤਾਂ ਹੀ ਉਹਨੂੰ ਟਰੀਟ ਕਰ ਸਕਾਂਗੇ, ਤਾਂ ਉਸਨੂੰ ਉਸਦੇ ਪੇਸ਼ੈਂਟ ਦੇ ਤਰੀਕੇ ਦੇ ਹਿਸਾਬ ਨਾਲ ਉਸਨੂੰ ਦਵਾਈ ਦੇ ਸਕਦੇ ਹਾਂ। ਓਕੇ, ਤਾਂ ਹਮੇਸ਼ਾ ਕਾਰਨ ਔਰਤ ਨਹੀਂ ਹੁੰਦੀ, ਹਮੇਸ਼ਾ ਕਾਰਨ ਆਦਮੀ ਨਹੀਂ ਹੁੰਦਾ। ਇਹ ਵੀ ਬਹੁਤ ਇੰਪੋਰਟੈਂਟ, ਬਹੁਤ ਜ਼ਰੂਰੀ ਹੈ ਤੁਸੀਂ ਇਹ ਮੈਂਸ਼ਨ ਕਰੋ, ਰਾਈਟ। ਤੇ ਕਦੇ ਦੋਨਾਂ ਵਿੱਚ ਥੋੜੇ ਕਾਰਨ ਹੁੰਦੇ ਹਨ। ਓਕੇ, ਨਾਓ ਜੇ ਆਪਾਂ ਹੁਣ ਫੀਮੇਲਸ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਬਹੁਤ ਸਾਰੀ ਚੀਜ਼ਾਂ ਹੈ ਜੋ ਆਪਾਂ ਟੈਸਟ ਕਰਦੇ ਹਾਂ। ਲਿਟਰਲੀ ਇੱਕ ਵਿਜ਼ਿਟ ਦੇ ਵਿੱਚ ਆਪਾਂ ਸਭ ਕੁਝ ਟੈਸਟ ਕਰ ਸਕਦੇ ਹਾਂ, ਫੀਮੇਲ ਦਾ ਵੀ ਮੇਲ ਦਾ ਵੀ, ਐਂਡ ਉਹਨਾਂ ਨੂੰ ਲਿਟਰਲੀ ਉਸੇ ਇੱਕ ਵਿਜ਼ਿਟ ਦੇ ਵਿੱਚ ਦੱਸ ਸਕਦੇ ਹੋ ਵੀ ਹਾਂ ਇਸ ਚੀਜ਼ ਵਿੱਚ ਪ੍ਰੋਬਲਮ ਹੈ ਔਰ ਇਹ ਚੀਜ਼ ਬਿਲਕੁਲ ਸਹੀ ਹੈ। ਇਹ ਚੀਜ਼ ਦੱਸਣਾ ਵੀ ਪੇਸ਼ੈਂਟ ਵਾਸਤੇ ਬਹੁਤ ਇੰਪੋਰਟੈਂਟ ਹੋ ਜਾਂਦਾ ਹੈ ਕਿ ਕਿਆ ਥੋੜੇ ਜਿਹੇ ਟ੍ਰੀਟਮੈਂਟ ਨਾਲ, IVF ਨਾਲ, IUI ਨਾਲ ਟ੍ਰੀਟਮੈਂਟ ਹੋ ਜਾਏਗਾ ਜਾਂ ਨਹੀਂ ਹੋ ਜਾਏਗਾ। ਲਿਟਰਲੀ ਫਸਟ ਵਿਜ਼ਿਟ ਦੇ ਵਿੱਚ ਸਭ ਕੁਝ ਦੱਸਿਆ ਜਾ ਸਕਦਾ ਹੈ। ਜਦ ਆਪਾਂ ਫੀਮੇਲ ਦੀ ਗੱਲ ਕਰਦੇ ਹਾਂ ਤਾਂ ਆਪਾਂ 3 ਚੀਜ਼ਾਂ ਦੇ ਉੱਪਰ ਜ਼ਿਆਦਾ ਫੋਕਸ ਕਰਦੇ ਹਾਂ, ਅੰਡੇਦਾਨੀ, ਬੱਚੇਦਾਨੀ ਔਰ ਉਹਨਾਂ ਦੋਨਾਂ ਦਾ ਆਪਸ ਦਾ ਕਨੈਕਸ਼ਨ ਫੈਲੋਪੀਅਨ ਟਿਊਬ। ਬਹੁਤ ਕਾਮਨਲੀ ਜਿਵੇਂ ਕਹਿੰਦੇ ਸਾਨੂੰ ਡਾਕਟਰ ਨੇ ਦੱਸਿਆ ਸਾਡੀ ਟਿਊਬਾਂ ਬਲੌਕ ਹੈ,
ਜਾਂ ਅੰਡੇਦਾਨੀ ਦੇ ਵਿੱਚ ਅੰਡੇ ਠੀਕ ਨਹੀਂ ਹੈ ਜਾਂ ਬਾਲੇ ਜ਼ਿਆਦਾ ਹੈ ਜਿਹਨੂੰ ਆਪਾਂ PCOD PCOS ਇੰਨਾ ਕਾਮਨਲੀ ਕਿਹਾ ਜਾਂਦਾ ਹੈ ਕਿ ਇੰਨੇ ਸਾਰੇ ਐਗਸ ਹੈ ਕਿ ਉਹ ਉਹਨਾਂ ਵਾਸਤੇ ਹਾਰਮੋਨ ਬਾਡੀ ਦਾ ਥੋੜਾ ਪੈ ਰਿਹਾ ਤਾਂ ਥੋੜੀ ਜਿਹੀ ਦਵਾਈ ਨਾਲ ਕਦੀ ਐਗ ਬਣਦਾ ਔਰ ਪਹਿਲੀ ਵਾਰ 'ਚ ਪ੍ਰੈਗਨੈਂਸੀ ਹੋ ਜਾਂਦੀ ਹੈ। ਇਸ ਤਰ੍ਹਾਂ ਹੀ ਬੱਚੇਦਾਨੀ ਹੈ, ਉਹਦੀ ਕੁਝ ਇਨਫੈਕਸ਼ਨ, TB ਇੰਨਾ ਕਾਮਨ ਹੈਗਾ, ਆਪਾਂ ਜਿਵੇਂ ਸਾਹ ਦਾ ਛਾਤੀ ਦਾ TB ਹੁੰਦਾ ਹੈ ਇਦਾਂ ਹੀ ਬੱਚੇਦਾਨੀ ਦਾ ਵੀ TB ਹੁੰਦਾ ਹੈ ਔਰ ਉਹ ਟੈਸਟ ਕੀਤਾ ਜਾ ਸਕਦਾ। ਤੇ ਜੇ ਆਦਮੀਆਂ ਦੀ ਗੱਲ ਕਰੀਏ ਆਪਾਂ ਤਾਂ ਆਦਮੀਆਂ ਦੇ ਸ਼ੁਕਰਾਣੂਆਂ ਦੇ ਵਿੱਚ ਆਪਾਂ 3-4 ਚੀਜ਼ਾਂ ਦੇਖਦੇ ਹਾਂ। ਕਾਊਂਟ ਕਿੰਨਾ ਹੈ, ਆਪਾਂ ਕਹਿੰਦੇ ਹਾਂ ਹਾਂਜੀ ਸ਼ੁਕਰਾਣੂ ਹੈਗੇ ਕਿੰਨੇ ਹੈ, ਮਿਲੀਅਨਸ ਦੇ ਵਿੱਚ ਹੁੰਦੇ ਆ, ਜੋ ਕਿ ਉਹਨਾਂ ਦੇ ਹਾਉ ਪਾਉ ਕੈਸੇ ਹੈ, ਜਿਵੇਂ ਆਪਾਂ ਕਹਿੰਦੇ ਹਾਂ ਚਿਹਰਾ ਮੋਰਾ ਕੈਸਾ ਹੈ ਔਰ ਉਹ ਹਿੱਲਣ ਵਾਲੇ ਸ਼ੁਕਰਾਣੂ ਕਿਵੇਂ ਹੈਗੇ। ਇਹ ਸਾਰਾ ਕੁਝ ਇੱਕ ਵਾਰ ਜਸਟ ਆਉਂਦੇ ਹੋ ਤੁਸੀਂ ਸੀਮਨ ਸੈਂਪਲ ਦੋ ਟੈਸਟ ਕਰਕੇ ਪੂਰੀ ਪ੍ਰਿੰਟ ਵਿੱਚ ਰਿਪੋਰਟ ਲੈ ਕੇ ਜਾਓ, ਹਮੇਸ਼ਾ ਵਾਸਤੇ ਉਸ ਨੂੰ ਸੰਭਾਲ ਸਕਦੇ ਹੋ। ਬੜੀ ਸਪੈਸ਼ਲ ਗੱਲ ਦੱਸੀ ਤੁਸੀਂ ਡਾਕਟਰ ਮਨੀਸ਼ਾ ਕਿ ਪਹਿਲੀ ਹੀ ਵਿਜ਼ਿਟ ਦੇ ਵਿੱਚ ਇਹ ਕਲੀਅਰ ਹੋ ਜਾਂਦਾ ਹੈ ਔਰ ਤੁਸੀਂ ਆਪਣੇ ਜਿਹੜੇ ਪੈਰੈਂਟਸ ਬਣਨਾ ਚਾਹੁੰਦੇ ਨੇ ਉਹਨਾਂ ਨੂੰ ਵੀ ਤੁਸੀਂ ਉਹ ਕਲੀਅਰ ਪਿਕਚਰ ਦੱਸ ਦਿੰਦੇ ਹੋ ਔਰ ਉਸ ਤੋਂ ਬਾਅਦ ਦੀ ਸੁਜੈਸ਼ਨ, ਉਸ ਤੋਂ ਬਾਅਦ ਦੇ ਸੈਸ਼ਨ ਉਹ ਉਸ ਦੇ ਨਾਲ ਉਹਨਾਂ ਦੀ ਸ਼ੁਰੂਆਤ ਸਮਵੇਅਰ ਆਫ ਫਰਸਟ ਮੀਟਿੰਗ ਦੇ ਨਾਲ ਹੋ ਜਾਂਦੀ। ਅੱਛਾ, ਮੈਂ ਜਾਣਨਾ ਚਾਹੁੰਦੀ ਹਾਂ ਕਿ ਕਿਉਂਕਿ ਅੱਜ ਕੱਲ ਜਿਹੜੀ ਸਾਡੀ 70-90 ਆਵਰਸ ਆਫ ਵਰਕ ਹੋ ਗਿਆ, ਲਾਈਫ ਸਟਾਈਲ ਹੋ ਗਿਆ, ਖਾਣਾ ਅਸੀਂ ਗੱਡੀਆਂ ਦੇ ਵਿੱਚ ਖਾ ਰਹੇ ਹਾਂ, ਰਾਤੀ ਖਾ ਰਹੇ ਹਾਂ, ਜਲਦੀ ਖਾ ਰਹੇ ਹਾਂ, ਇਸ ਲਾਈਫ ਸਟਾਈਲ ਇਜ਼ ਅ ਕਲਪ੍ਰਿਟ ਫॉर ਇਨਫਰਟਿਲਿਟੀ? ਮੈਨੀ ਪੀਪਲ ਸੇ ਕਿ ਅੱਜ ਕੱਲ੍ਹ ਤਾਂ ਬਹੁਤ ਵੱਧ ਗਈ ਹੈ। ਮੈਂ ਤਾਂ ਹਰ ਕਿਸੇ ਨੂੰ ਜਸਟ ਗੱਲ ਕਰਕੇ ਦੇਖੋ ਕਿ ਆਸ-ਪਾਸ ਦੀ ਕਿਸੇ ਫੈਮਿਲੀ ਫਰੈਂਡਸ ਵਿੱਚ ਇੱਕ ਅੱਧੇ ਨੇ IVF ਕਰਾ ਰੱਖਿਆ ਹੁੰਦਾ ਹੈ। ਇਟ ਇਜ਼ ਆਈ ਵੁੱਡ ਸੇ ਮੋਰ ਰਿਲੇਟਡ ਟੂ ਲਾਈਫ ਸਟਾਈਲ ਬਿਕੋਜ਼ ਹੈਲਥ ਤਾਂ ਇਨ ਜਨਰਲ ਲੋਕਾਂ ਦੀ ਲੌਂਜੀਵਿਟੀ ਵੱਧ ਗਈ ਹੈ। ਪਹਿਲਾਂ ਲੋਕ 60 ਸਾਲ ਤੱਕ ਮਸਾ ਜਿੰਦੇ ਸੀ, ਅੱਜ ਕੱਲ੍ਹ 80-90 ਸਾਲ ਤੱਕ ਜਿੰਦੇ ਤਾਂ ਹੈਲਥ ਤਾਂ ਬੈਟਰ ਹੋ ਰਹੀ ਹੈ ਥੋੜੀ, ਬਟ ਇਟ ਇਜ਼ ਬਿਕੋਜ਼ ਆਫ ਦ ਲਾਈਫ ਸਟਾਈਲ। ਪਹਿਲਾਂ ਲੋਕ ਵਿਆਹ ਕਰਨ 'ਚ ਨਹੀਂ ਆਉਂਦੇ। 30-32 is the common age in Chandigarh. And now it's crossing 35. है ना? ਪਹਿਲਾਂ ਵਿਆਹ ਕਰਨ ਚ ਜਾਂਦੇ, ਵਿਆਹ ਕੇ ਲਗਾ ਹਲੇ ਐਸ਼ ਹੀ ਨਹੀਂ ਕੀਤੀ, ਅਸੀਂ ਹਲੇ ਇਕੱਠੇ ਰਹਿ ਕੇ ਇੱਕ ਦੂਜੇ ਨੂੰ ਜਾਣਿਆ ਨਹੀਂ ਹੈਗਾ, ਵੀ ਡੋਂਟ ਅੰਡਰਸਟੈਂਡ, ਉਹਦੇ ਚ ਡਿਲੇ ਕਰ ਦਿੰਦੇ ਆ। ਤਾਂ ਕਰਦੇ ਜਦ ਤੱਕ ਪ੍ਰੋਬਲਮ ਲੱਭਣ ਦਾ ਟਾਈਮ ਆਉਂਦਾ ਹੈ, ਅਸਲੀ ਜਿਹੜੇ ਬੜੇ ਕਹਿੰਦੇ ਸੀ ਆਪਾਂ 25 ਤੱਕ ਵਿਆਹ ਕਰ ਲਓ, 30 ਤੱਕ ਪਹਿਲਾ ਬੱਚਾ, 35 ਤੱਕ ਫੈਮਿਲੀ ਕੰਪਲੀਟ ਕਰੋ, ਤਾਂ ਪਹਿਲੀ ਸਟਾਰਟ ਵੀ ਨਹੀਂ ਹੁੰਦੀ। ਫਿਰ ਸਮੋਕਿੰਗ, ਐਲਕੋਹਲ, ਨਸ਼ੇ, ਜਿਹੜਾ ਆਪਾਂ ਗੱਲ ਕੀਤੀ ਹੋਣੀ ਮੋਟਿਲਿਟੀ ਦੀ, ਕਾਊਂਟ ਦੀ, ਸਪਰਮ ਦੇ ਉੱਪਰ, ਸੀਮਨ ਦੇ ਉੱਪਰ, ਹਰ ਮੇਲ ਜਿਹਨੇ ਕਦੀ ਨਸ਼ੇ ਕੀਤੇ, ਸਪੈਸ਼ਲੀ ਸਮੋਕਿੰਗ, he should definitely get his semen analysis done ਕਿ ਸ਼ੁਕਰਾਣੂ ਦੇ ਉੱਪਰ ਕਿਆ ਕੋਈ ਅਸਰ ਹੈ। ਜਿਮ ਸਪਲੀਮੈਂਟਸ, ਓਕੇ, ਤੁਸੀਂ ਦੇਖੋਗੇ ਜਿਮ ਅੱਜਕੱਲ ਹਰ ਗਲੀ 'ਚ ਇੱਕ ਜਿਮ ਹੈ ਔਰ ਹਰ ਜਿਮ ਭਰਿਆ ਹੋਇਆ। ਜਿਮ ਦੇ ਜਿਹੜੇ ਪਰਸਨਲ ਸਪੈਸ਼ਲੀ ਫੂਡ ਜੁਆਇੰਟ, ਅਨਹੈਲਦੀ ਫੂਡ ਜੁਆਇੰਟ ਦੇ ਉੱਤੇ ਕੋਈ ਨਾ ਕੋਈ ਜਿਮ ਖੋਲਿਆ ਹੀ ਹੋਇਆ ਹੈ ਨਾ। ਸੋ ਉਹਨਾਂ ਦੇ ਜਿੰਨੇ ਵੀ ਤੁਸੀਂ ਦੇਖੋਗੇ ਤਾਂ ਦੇ ਆਰ ਵੈਰੀ ਪਫਡ ਅਪ, ਦ ਟਿਪੀਕਲ ਸਟੀਰੋਇਡ ਐਂਡ ਟੈਸਟੋਸਟੇਰੋਨ ਇੰਜੈਕਸ਼ਨਸ। ਤੁਸੀਂ ਜਿਹੜੇ ਵੀ ਲੋਕ ਜਿਮ ਵਾਸਤੇ ਟੈਸਟੋਸਟੇਰੋਨ ਇੰਜੈਕਸ਼ਨ ਲਗਵਾਉਂਦੇ ਆ, ਦੇ ਕੈਨ ਗੈਟ देयर ਸੀਮਨ ਕਾਊਂਟ ਡਨ ਐਂਡ ਨਿਲ ਆਉਂਦਾ ਹੈ ਪੇਸ਼ੈਂਟਸ ਦਾ। ਐਂਡ ਉਹਨਾਂ ਨੂੰ ਇੰਝ ਲੱਗਦਾ ਕਿ ਸਾਡਾ ਪ੍ਰੈਗਨੈਂਸੀ ਨਹੀਂ ਹੋ ਰਹੀ, ਪਤਾ ਨਹੀਂ ਕੀ ਗੱਲ ਹੈ, ਕਿਉਂਕਿ ਹਿਸਟਰੀ ਪਤਾ ਹੀ ਨਹੀਂ ਹੁੰਦੀ, ਦੱਸਦਾ ਹੀ ਨਹੀਂ ਕੋਈ ਕਿ ਹਾਂਜੀ ਮੈਨੂੰ ਲੱਗਦਾ ਮੈਂ ਤਾਂ ਵਰਕਆਊਟ ਬਹੁਤ ਕਰਦਾ ਤਾਂ ਉਹਦੇ ਵਜ੍ਹਾ ਤੋਂ ਮੇਰੇ ਉਹ ਹੈਗਾ। So these are the not only few culprits, there are many culprits ਜੋ ਕਿ ਸਾਡੀ ਜ਼ਿੰਦਗੀ ਦਾ ਲਾਈਫਸਟਾਈਲ ਦਾ ਹਿੱਸਾ ਬਣ ਗਏ ਨੇ। ਸੋਨਾ ਟਾਈਮ ਤੇ ਨਹੀਂ, ਖਾਣਾ ਵਧੀਆ ਨਹੀਂ, ਕਿੰਨੀ ਜ਼ਿਆਦਾ ਬੜੀ ਪ੍ਰੋਬਲਮ ਹੈ ਇਹ। ਸਿਰਫ ਸਲੀਪ ਸਾਈਕਲ ਡਿਸਟਰਬ ਹੋਣ ਨਾਲ, ਜਾਂ ਕਹਿ ਲਓ ਕਿ ਲੇਟ ਨਾਈਟ ਤੱਕ ਕੰਮ ਕਰੇ, IT ਵਾਲੇ ਲੋਕ ਸਪੈਸ਼ਲੀ ਜਿਹੜੇ ਹੈ, ਬੱਚਾ ਕੁਛ OTT is also 12-1 ਵਜੇ ਸੋਣੇ ਤੇ ਉਸ ਤੋਂ ਬਾਅਦ they don't have time to have relations। ਜੇ ਤੁਸੀਂ ਸਹੀ ਟਾਈਮ ਤੇ ਆਪਸ ਵਿੱਚ ਮਿਲੋਗੇ ਹੀ ਨਹੀਂ, ਸਿਰਫ ਵੀਕਐਂਡ ਦੇ ਉੱਪਰ ਛੱਡਿਆ ਹੋਇਆ ਕਿ ਬਾਕੀ ਦਿਨ ਤਾਂ ਅਸੀਂ 5 ਦਿਨ ਕੰਮ ਕਰਨਾ, 2 ਦਿਨ ਆਪਾਂ ਰਿਲੈਕਸ ਕਰਨਾ, ਉਹ 2 ਦਿਨਾਂ ਵਿੱਚ ਜੇ ਫੀਮੇਲ ਫਰਟਾਈਲ ਨਹੀਂ ਹੈ ਤਾਂ ਕੰਮ ਖਤਮ, ਪੂਰਾ ਸਾਈਕਲ ਵੇਸਟ ਹੈ। ਬਹੁਤ ਡੀਪਲੀ ਤੁਸੀਂ ਹਰ ਚੀਜ਼ ਨੂੰ ਐਕਸਪਲੇਨ ਕਰ ਰਹੇ ਹੋ ਕਿ ਕਿਹੜੀ ਚੀਜ਼ਾਂ ਨੇ ਜਿਸ ਦੇ ਵੱਲ ਧਿਆਨ ਦੇਣ ਦੀ ਲੋੜ ਹੈ। ਹੁਣ ਅਸੀਂ ਥੋੜਾ ਜਿਹਾ ਧਿਆਨ ਇਸ ਵੱਲ ਕਰਨਾ ਚਾਹਾਂਗੇ ਕਿਉਂਕਿ ਤੁਸੀਂ IVF ਸਪੈਸ਼ਲਿਸਟ ਹੋ, ਤੇ ਇੱਕ ਜ਼ਿਹਨ ਦੇ ਵਿੱਚ ਸਵਾਲ ਆਉਂਦਾ ਹੈ ਕਿ ਜਿਹੜੇ ਬੱਚੇ IVF ਦੇ ਥਰੂ ਹੋ ਰਹੇ ਨੇ, ਕੀ ਉਹ ਕੁਝ ਅਲੱਗ ਬੇਬੀਜ਼ ਹੁੰਦੇ ਨੇ ਜਾਂ ਫਿਰ they are the normal babies and IVF babies are same? No, they are the same। just IVF pregnancy और natural pregnancy 'ਚ ਇੱਕੋ ਹੀ ਫਰਕ ਹੈ। IVF pregnancy 'ਚ ਕਿਉਂਕਿ ਬੱਚਾ ਆਪਾਂ ਬਾਹਰ ਟੈਸਟ ਟਿਊਬ ਬੇਬੀ ਬੋਲਦੇ ਹੈ ਨਾ, ਟੈਸਟ ਟਿਊਬ ਦੇ ਵਿੱਚ ਬਣਾ ਰਹੇ ਹਾਂ ਉਸਨੂੰ ਪ੍ਰੈਕਟੀਕਲੀ, and then they are putting inside। ਤੋ ਉਹਦੇ ਵਿੱਚ ਹਾਰਮੋਨ ਸਪੋਰਟ ਥੋੜੀ ਜ਼ਿਆਦਾ ਚਾਹੀਦੀ ਹੈ ਬਿਕਾਜ਼ ਬਾਡੀ ਨੀਡਸ ਅ ਲਿਟਲ ਬਿਟ ਆਫ ਸਪੋਰਟ ਬਿਕਾਜ਼ ਉਹ ਸਾਰਾ ਕੰਮ ਆਪਾਂ ਬਾਹਰ ਕੀਤਾ ਹੋਇਆ। ਜਸਟ ਦੈਟ ਫਸਟ 2-3 ਮੰਥਸ ਦੇ ਵਿੱਚ ਦੇ ਨੀਡ ਐਕਸਟਰਾ ਮੈਡੀਸਿਨਸ, ਦਵਾਈਆਂ, ਕੇਅਰ ਔਰ ਥੋੜਾ ਜਿਹਾ ਰੈਸਟ, ਜਸਟ ਫਸਟ 3 ਮੰਥਸ।
3 ਮਹੀਨੇ ਤੋਂ ਬਾਅਦ ਇੱਕ ਨੈਚੁਰਲ ਪ੍ਰੈਗਨੈਂਸੀ ਔਰ ਆਈਵੀਐਫ ਪ੍ਰੈਗਨੈਂਸੀ ਦੇ ਵਿੱਚ ਕੋਈ ਅੰਤਰ ਨਹੀਂ ਹੈ। ਡਿਲੀਵਰੀ ਦੇ ਮੋਡ ਲੋਕ ਕਹਿੰਦੇ ਆਈਵੀਐਫ ਹੁੰਦਾ ਤਾਂ ਸਿਜ਼ੇਰੀਅਨ ਹੀ ਹੁੰਦਾ ਹੈ, ਐਸਾ ਕੁਝ ਨਹੀਂ ਹੈ। ਅੱਛਾ, ਇਨਫੈਕਟ ਇਹ ਮੇਰਾ ਸਵਾਲ ਵੀ ਹੋਣ ਵਾਲਾ ਸੀ ਕਿ ਆਈਵੀਐਫ ਦੇ ਵਿੱਚ ਡਿਲੀਵਰੀ ਹਮੇਸ਼ਾ C-section ਨਹੀਂ ਹੋਏਗੀ, ਬਹੁਤ ਕਾਮਨਲੀ ਕਿਉਂਕਿ ਮੈਨੂੰ ਤੇ ਅਜਿਹਾ ਹੀ ਲੱਗ ਰਿਹਾ ਸੀ। ਨਹੀਂ ਹੈ, ਇਹਦੇ ਵਿੱਚ ਵੀ ਨਾਰਮਲ ਹੈ। ਯੈਸ ਬਿਕਾਜ਼ ਜੋ ਚੀਜ਼ਾਂ ਇੱਕ ਨੈਚੁਰਲ ਪ੍ਰੈਗਨੈਂਸੀ ਦੇ ਵਿੱਚ ਸਿਜ਼ੇਰੀਅਨ ਕਾਜ਼ ਕਰਨ ਦੀਆਂ ਹੈਗੀਆਂ, ਕੋਈ ਵੀ ਜਾਂ ਪ੍ਰੀ ਟਰਮ ਡਿਲੀਵਰੀ ਸਮੇਂ ਤੋਂ ਪਹਿਲਾਂ ਡਿਲੀਵਰੀ ਕਰਨੀ, ਉਹ ਸਾਰੀ ਚੀਜ਼ਾਂ ਆਈਵੀਐਫ ਦੇ ਵਿੱਚ ਹੋ ਸਕਦੀਆਂ। ਓਕੇ, ਐਂਡ ਡੈਫੀਨਿਟਲੀ ਥੋੜੀ ਜਿਹੀ ਹਾਈ ਰਿਸਕ ਪ੍ਰੈਗਨੈਂਸੀ ਬਿਕਾਜ਼ ਆਫ ਏਜ ਹੁੰਦੇ, ਮੋਸਟ ਆਫ ਦਾ ਆਈਵੀਐਫ ਕਪਲਸ ਆਰ ਬਿਯੋਂਡ 35 ਇਅਰਸ ਆਫ ਏਜ। ਤਾਂ ਏਜ ਨੇ ਜੋ ਤੇ ਬਾਲ ਥੋੜੇ ਸਫੇਦ ਹੋਣੇ ਹੈਗੇ ਤਾਂ ਸਰੀਰ ਦਾ ਹਰ ਸੈੱਲ ਸਫੇਦ ਹੋਣਾ ਹੈ, ਯੂਟਰਸ ਸਭ ਚੀਜ਼ਾਂ, ਉਹ ਥੋੜਾ ਜਿਹਾ ਇਫੈਕਟ ਪਾ ਸਕਦਾ ਹੈ, ਬਟ that is not because of the IVF process per se। ਨੈਚੁਰਲੀ ਵੀ ਜਿਹੜੇ ਲੋਕ 35 ਤੋਂ ਬਾਅਦ ਕਨਸੀਵ ਕਰਦੇ ਉਹਨਾਂ ਦੀ ਪ੍ਰੈਗਨੈਂਸੀ ਹਾਈ ਰਿਸਕ ਹੁੰਦੀ ਹੈ। ਇਟਸ ਨਾਟ ਜਿੰਨੇ ਵੀ ਟੈਬੂਜ਼ ਹੈ ਇਸ ਨੂੰ ਰਿਲੇਟਡ ਕਿ ਹਾਂ ਆਈਵੀਐਫ ਦੀ ਵਜ੍ਹਾ ਤੋਂ ਇੰਜ ਹੋ ਗਿਆ, ਉਹ ਨਹੀਂ। ਤੁਸੀਂ ਬਹੁਤ ਸਾਰੇ ਟੈਬੂਜ਼ ਤੇ ਤੋੜ ਹੀ ਰਹੇ ਹੋ ਆਪਣੀ ਇਸ ਕਨਵਰਸੇਸ਼ਨ ਦੇ ਨਾਲ, ਬਾਕੀ ਜਿਹੜੇ ਤੁਹਾਨੂੰ ਆ ਕੇ ਮਿਲਣਗੇ ਬਾਕੀ ਬਚੇ ਕੁਝ ਟੈਬੂ ਤੁਸੀਂ ਉਹਦੋਂ ਵੀ ਤੋੜ ਦੇਣੇ ਨੇ। ਅੱਛਾ, ਅਜਿਹਾ ਵੀ ਹੋ ਸਕਦਾ ਹੈ ਕਿ ਕਿਸੇ ਦੀ ਫਰਸਟ ਪ੍ਰੈਗਨੈਂਸੀ ਨਾਰਮਲ ਹੋਈ and then they are going through or they can consult you for काफी commonly patients आते हैं both things, first normal है, second they are not able to conceive and IVF, किसी दा पहला IVF होया तो दूसरा normal होया हो सकता है। ਦੋਨਾਂ ਦੇ ਆਪਣੇ ਆਪਣੇ ਕਾਰਨ ਹੈ। ਫਰਸਟ ਨੈਚੁਰਲ ਸੀਗਾ, ਉਸ ਤੋਂ ਬਾਅਦ ਤੁਹਾਨੂੰ ਸੋਚਿਆ ਸਾਡੇ ਕੋਲ ਤਾਂ ਬਸ ਇੰਨੀ ਕੈਪੈਸਿਟੀ ਅਸੀਂ ਹੋਰ ਨਹੀਂ ਕਰਨਾ, ਕਰਦੇ ਕਰਦੇ ਜੇ ਬੰਦਾ ਬੇਬੀ 6 7 8 ਇਅਰਸ ਦਾ ਬੱਚਾ ਕਹਿਣ ਲੱਗ ਜਾਂਦਾ ਸੀ ਜੇ ਸਾਡਾ ਪਾਰਟਨਰ ਨਹੀਂ ਹੈਗਾ ਮੈਨੂੰ ਹੁਣ ਬੇਬੀ ਕਰਨਾ, ਤਾਂ ਅਗੇਨ ਦਾ ਇਫੈਕਟ ਆਫ ਏਜ ਕਮਸ। ओके ऑटोमेटिकली दे आर 35 प्लस। हाँ, वन इज दैट। देन अगर उनकी शादी 30 से पहले हुई है तो और दूसरी चीज ਇੱਕ ਤਾਂ ਏਜ ਵੱਧ ਗਈ, ਦੂਸਰਾ ਡਿਊਰਿੰਗ ਦੈਟ ਟੈਨਿਓਰ ਕੋਈ ਕੰਪਲਿਕੇਸ਼ਨ ਹੋਈ ਸੀ ਪਿਛਲੀ ਪ੍ਰੈਗਨੈਂਸੀ ਦੇ ਵਿੱਚ, ਜਾਂ ਇਨ ਜਨਰਲ ਕੋਈ ਇਨਫੈਕਸ਼ਨ ਉਸ ਦੌਰਾਨ ਹੋਈ, ਕੋਈ ਸਰਜਰੀ ਹੋ ਗਈ, ਫਾਈਬਰੋਇਡ ਹੋ ਗਿਆ, ਇਹ ਸਾਰੀ ਚੀਜ਼ਾਂ ਵੀ ਕੰਟਰੀਬਿਊਟ ਕਰਦੀਆਂ ਫॉर ਇਨਐਬਿਲਿਟੀ ਟੂ ਕਨਸੀਵ ਦ ਸੈਕੰਡ ਚਾਈਲਡ। ਓਕੇ, ਨਾਓ ਕਮਿੰਗ ਟੂ ਦ ਫਰਸਟ ਆਈਵੀਐਫ ਸੀਗਾ, ਸੈਕੰਡ ਨਾਰਮਲ, ਕਾਫੀ ਕਾਮਨਲੀ ਸਾਡੇ ਕੋਲ ਉਹ ਵੀ ਹੋ ਜਾਂਦਾ ਹੈ ਬਿਕੋਜ਼ ਐਟ ਟਾਈਮਸ ਕੀ ਹੁੰਦਾ ਇੰਨੇ ਸਟ੍ਰੈਸਡ ਹੁੰਦੇ ਆ ਪੇਸ਼ੈਂਟਸ ਨਾ ਕਿ ਫਰਸਟ ਟਾਈਮਸ ਬਿਕੋਜ਼ ਆਫ ਸਟ੍ਰੈਸ ਦੇ ਡੋਂਟ ਕਨਸੀਵ। ਸਟ੍ਰੈਸ ਅਗੇਨ ਲਾਈਫਸਟਾਈਲ ਵਿਚ ਵੀ ਟਾਕ ਵੀ ਫੋਰਗੋਟ ਸਟ੍ਰੈਸ। ਓਕੇ ਠੀਕ ਹੈ, ਤਾਂ ਉਹ ਸਟ੍ਰੈਸ ਹੁਣ ਰਿਲੀਵ ਹੋ ਗਿਆ ਕਿ ਬੱਚਾ ਹੈਗਾ, ਤਾਂ ਮੋਰ ਹੈਪੀ ਹਾਰਮੋਨਸ ਜਨਰੇਟਡ ਬਿਕਾਜ਼ ਆਫ ਦਾ ਹੈਪੀਨੈਸ ਜਿਹੜੇ ਬੱਚੇ ਦੀ ਵਜ੍ਹਾ ਦੇ ਨਾਲ ਫੈਮਿਲੀਜ਼ ਦੇ ਵਿੱਚ ਆਇਆ। ਬਿਲਕੁਲ ਕਾਫੀ ਵਾਰ ਪੇਸ਼ੈਂਟਸ ਨੈਚੁਰਲੀ ਕਨਸੀਵ ਕਰ ਜਾਂਦੇ ਆ ਫਰਸਟ ਆਈਵੀਐਫ ਤੋਂ ਬਾਅਦ। ਓਕੇ, ਇਹ ਵੀ ਬਹੁਤ ਜ਼ਰੂਰੀ ਸਵਾਲ ਸੀ, ਇਨਫੈਕਟ ਮਿਥ ਤੁਸੀਂ ਬ੍ਰੇਕ ਕੀਤੀ। ਅੱਛਾ, ਇੱਕ ਉਸ ਦੇ ਪਿੱਛੇ ਰੀਜ਼ਨ ਹੋ ਸਕਦਾ ਸਾਡੀ ਫਿਲਮਾਂ ਹੋਣ ਜਾਂ ਫਿਰ ਲੋਕਾਂ ਦੀ ਗੱਲਾਂ ਹੁੰਦੀਆਂ ਨੇ, ਇਸ ਦੀ ਐਨੀ ਪੋਸੀਬਿਲਿਟੀ ਆਫ ਮਿਕਸਿੰਗ ਸ਼ੁਕਰਾਣੂ? ਨੋ ਅਗਰ ਤੁਹਾਨੂੰ ਅਸੀਂ ਕਿਹਾ ਹੈ, ਪਹਿਲੀ ਗੱਲ ਤਾਂ ਇਨ ਜਨਰਲ ਇਟ ਨੈਵਰ ਹੈਪਨਸ। ਕਿਉਂਕਿ ਇੱਕ ਵਾਰ 'ਚ ਇੱਕੋ ਹੀ ਪੇਸ਼ੈਂਟ ਹੈਂਡਲ ਹੁੰਦਾ ਲੈਬ ਵਿੱਚ। ਓਕੇ, ਵੰਸ ਉਹਦਾ ਸਾਰਾ ਕੁਝ ਹੋ ਗਿਆ ਆਈਵੀਐਫ ਇਕਸੀ, ਵੀ ਵਿਲ ਕਮ ਟੂ ਦ ਪ੍ਰੋਸੈਸ ਆਫ ਇਕਸੀ ਆਲਸੋ ਕੀ ਹੁੰਦਾ ਹੈ, ਤੇ ਆਈਵੀਐਫ ਇਕਸੀ ਦਾ ਹੋ ਗਿਆ ਤਾਂ ਸਾਰਾ ਕੁਝ ਆਪਾਂ ਕਲੀਨ ਕਰਕੇ ਪੂਰਾ ਸਭ ਕੁਝ ਬੰਦ ਕਰਕੇ ਉਸ ਤੋਂ ਬਾਅਦ ਹੀ ਸੈਕੰਡ ਪੇਸ਼ੈਂਟ ਜਨਰੇਟ ਪ੍ਰੋਸੈਸ ਦੁਬਾਰਾ ਸ਼ੁਰੂ। देयर इज अ ਪ੍ਰੋਪਰ ਕਾਰਡ ਇੱਕ ਹਰ ਮਰੀਜ਼ ਨੂੰ ਦਿੱਤਾ ਜਾਂਦਾ ਹੈ। ਉਹ ਕਾਰਡ ਜਦ ਆਪਾਂ ਕਹਿੰਦੇ ਨਾ ਜਿਵੇਂ QR ਕੋਡ ਸਕੈਨ ਕਰਦੇ ਆ ਆਪਾਂ ਪੇਟੀਐਮ ਔਰ ਉਸਦੇ, ਤਾਂ ਉਹ ਕਾਰਡ ਸਕੈਨ ਹੋਏਗਾ ਤਾਂ ਹੀ ਉਸਦੇ ਅੰਡੇ ਔਰ ਉਸਦੇ ਸ਼ੁਕਰਾਣੂ ਖੁੱਲਣਗੇ, ਨਹੀਂ ਤਾਂ ਉਹ ਨਹੀਂ ਖੁੱਲੇਗਾ। ਐਵਰੀ ਪੇਸ਼ੈਂਟ ਹੈਜ਼ ਦੈਟ ਯੂਨੀਕ ਆਈਡੀ ਕਾਰਡ, ਜਿਵੇਂ ਆਪਾਂ ਕਹਿੰਦੇ ਨੰਬਰ ਹੁੰਦਾ ਹੈਗਾ, ਤਾਂ ਹਰ ਪੇਸ਼ੈਂਟ ਦਾ ਆਪਣਾ ਇੱਕ ਇੰਡੀਵਿਜੂਅਲ ਨੰਬਰ ਦਿੱਤਾ ਜਾਂਦਾ ਹੈ। तो कोई अजिही टेंशन नहीं होती है। ओके, दैट्स नेवर हैपेंस। बहुत ਵੱਡਾ ਬੁਖਾਰ ਵੀ ਤੁਸੀਂ ਦੂਰ ਕੀਤਾ ਹੈ? ਨਹੀਂ ਹੁੰਦਾ ਹੈ, ਇਹ ਵਾਲਾ ਮਿਥ ਜ਼ਰੂਰ ਸਭ ਦਾ ਦੂਰ ਹੋਣਾ ਚਾਹੀਦਾ ਹੈ। ਬਿਲੀਵ ਮੀ, ਜਿਹੜੇ ਪਿੰਡਾਂ ਦੇ ਲੋਕ ਹੁੰਦੇ ਆ, ਅੱਧੇ ਲੋਕ ਇਸ ਕਾਰਨ ਵੱਡੇ ਵਡੇਰੇ ਆਈਵੀਐਫ ਨਹੀਂ ਕਰਾਉਂਦੇ ਹੁੰਦੇ ਕਿ ਨਹੀਂ ਗੁੱਡ ਨਿਊਜ਼ ਮੂਵੀ ਵਿੱਚ ਦੱਸਿਆ ਸੀ ਇਦਾਂ ਹੋ ਜਾਂਦਾ, ਆਪਾਂ ਨਹੀਂ ਕਰਾਉਣਾ ਹੈਗਾ। ਓਕੇ, ਤੇ ਇਹ ਵੀ ਇੱਕ ਬਹੁਤ ਜ਼ਰੂਰੀ ਮਿਥ ਹੈ ਜੋ ਕਿ ਅਸੀਂ ਆਪਣੇ ਦਿਮਾਗ ਤੋਂ ਹਟਾ ਲਈਏ। ਅੱਛਾ ਮੈਮ, ਜਿਹੜਾ ਸਾਡਾ ਰਿਕਵਰੀ ਰੇਟ ਹੈ ਨਾ, ਜਿਵੇਂ ਕਿ ਪ੍ਰੈਗਨੈਂਸੀ ਦੇ ਚਾਹੇ ਨਾਰਮਲ ਡਿਲੀਵਰੀ ਹੈ, ਸੀ ਸੈਕਸ਼ਨ ਹੈ, ਤੇ ਆਈਵੀਐਫ ਦੀ ਵੀ ਜਿਹੜੀ ਰਿਕਵਰੀ ਹੈ ਉਹ ਉਦਾਂ ਹੀ ਨਾਰਮਲ ਹੈ ਐਜ਼ ਪਰ ਦ ਕਿੱਦਾਂ ਬੱਚਾ ਆ ਰਿਹਾ ਦੁਨੀਆ ਦੇ ਵਿੱਚ? ਬਿਲਕੁਲ ਕੋਈ ਐਸੀ ਦਿੱਕਤ ਨਹੀਂ ਹੈ। ਜਿਹੜੇ ਲੋਕ ਖੁਦ ਆਈਵੀਐਫ ਨਾਲ ਪੈਦਾ ਹੋਏ ਸੀਗੇ ਵੇ ਬੈਕ 1970s 80s ਦੇ ਵਿੱਚ, ਉਹਨਾਂ ਦੇ ਆਪਣੇ ਬੱਚੇ ਹੈ ਨੈਚੁਰਲੀ ਕਨਸੀਵਡ, ਦੇ ਆਰ ਲਿਵਿੰਗ ਨਾਰਮਲ ਲਾਈਫ। ਆਈਵੀਐਫ ਇਜ਼ ਅ ਵੈਰੀ ਵੈਰੀ 올ਡ ਪ੍ਰੋਸੈਸ ਨਾਓ। ਠੀਕ ਹੈ, ਤਾਂ ਪੂਰੀ ਤਰ੍ਹਾਂ ਸਸ਼ਕਤ ਤਕਨੀਕ ਹੈਗੀ ਇਹਦੇ ਨਾਲ। ਕੋਈ ਪੇਸ਼ੈਂਟ ਨੂੰ ਅੱਗੇ ਚੱਲ ਕੇ, ਜਿਵੇਂ ਕਾਫੀ ਲੇਡੀਜ਼ ਨੂੰ ਇਹ ਵੀ ਟੈਨਸ਼ਨ ਹੁੰਦੀ ਹੈ, ਬਿਲਕੁਲ ਉਹ ਵੀ ਨਾਰਮਲ ਡਿਲੀਵਰੀ ਦੇ ਆਰ ਹੈਲਦੀ ਐਜ਼ ਹੈਲਦੀ। ਜੋ ਵੀ ਪ੍ਰੋਬਲਮ ਇੱਕ ਨੈਚੁਰਲ ਕਨਸੈਪਸ਼ਨ ਦੇ ਵਿੱਚ ਹੋ ਸਕਦੀ ਕਿਸੇ ਨੂੰ ਆਪ ਨੂੰ, ਉਹੀ ਆਈਵੀਐਫ ਦੇ ਵਿੱਚ ਵੀ ਹੋ ਸਕਦੀ ਹੈ। ਤਾਂ ਐਸਾ ਕੁਝ ਨਹੀਂ ਹੈ, ਬਟ ਐਸਾ ਨਹੀਂ ਹੈ ਕਿ ਆਈਵੀਐਫ ਦੀ ਵਜ੍ਹਾ ਤੋਂ ਚੀਜ਼ ਐਕਸਟਰਾ ਜੋ ਵੀ ਹੈ ਉਹ ਸਾਰਾ ਕੁਝ ਰੂਟੀਨ ਵਿੱਚ ਵੀ ਹੋਣਾ ਹੀ ਸੀਗਾ, ਜਸਟ ਬਿਕੋਜ਼ ਕਿ ਉਹ ਆਈਵੀਐਫ ਪ੍ਰੈਗਨੈਂਸੀ ਇਸ ਕਾਰਨ ਨਹੀਂ।
ਡਾਕਟਰ ਮਨੀਸ਼ਾ ਦੇ ਨਾਲ ਅਸੀਂ ਜਿਹੜੇ ਵੀ ਕੁਐਸਚਨਸ ਪੁੱਛਣ ਮੈਨੂੰ ਲੱਗਦਾ ਕਿ ਅਸੀਂ ਸਾਰੀ ਚੀਜ਼ਾਂ ਇਨਕਲੂਡ ਕਰ ਲਿੱਤੀਆਂ ਨੇ। ਵੈਸੇ ਨੋਵਾ IVF ਸੈਕਟਰ 34 ਚੰਡੀਗੜ੍ਹ ਹੈ ਹੀ ਤੁਹਾਡੇ ਕਰੀਬ, ਤੁਸੀਂ ਉੱਥੇ ਆ ਕੇ ਵੀ ਆਪਣੇ ਬਾਕੀ ਜਿਹੜੇ ਵੀ ਡਾਊਟਸ ਨੇ, ਕੰਸਰਨ ਨੇ, ਉਹਨਾਂ ਨੂੰ ਆ ਕੇ ਪੁੱਛ ਵੀ ਸਕਦੇ ਹੋ, ਜਾਣ ਵੀ ਸਕਦੇ ਹੋ। ਔਰ ਉਸ ਦੇ ਨਾਲ ਜਾਂਦੇ ਵਕਤ ਤੁਸੀਂ ਖੁਸ਼ੀਆਂ ਲੈ ਕੇ ਜ਼ਰੂਰ ਜਾਓਗੇ। ਜਾਂਦੇ ਜਾਂਦੇ ਇੱਕ ਮੈਸੇਜ ਜਿਹੜਾ ਤੁਸੀਂ ਹੋਣ ਵਾਲੇ ਪੈਰੈਂਟਸ ਨੇ ਉਹਨਾਂ ਨੂੰ ਕੀ ਦੇਣਾ ਚਾਹੋਗੇ? ਮੈਂ ਇਹ ਜ਼ਰੂਰ ਕਹੂੰਗੀ ਕਿ ਕਦੇ ਵੀ ਕਿਸੇ ਵੀ ਪ੍ਰੋਬਲਮ ਤੋਂ ਘਬਰਾਉਣਾ ਨਹੀਂ ਚਾਹੀਦਾ। ਚਾਹੇ ਉਹ ਪ੍ਰੋਬਲਮ ਦਰਦ ਕਰ ਰਹੀ ਹੈ, ਜਿਵੇਂ ਕਿਤੇ ਸੱਟ ਲੱਗ ਗਈ, ਚਾਹੇ ਉਹ ਇਨਫਰਟਿਲਿਟੀ ਹੈ। ਜੇ ਤੁਹਾਨੂੰ ਲੱਗ ਰਿਹਾ ਹੈ ਕਿ ਦਿੱਕਤ ਹੋ ਰਹੀ ਹੈ ਜਾਂ ਕੋਈ ਐਸੀ ਚੀਜ਼ ਹੈ ਜੋ ਮੈंने ਪੁੱਛਣੀ ਹੈ, ਡੈਫੀਨੇਟਲੀ ਸੀਕ ਹੈਲਪ। ਤੁਸੀਂ ਡਾਕਟਰ ਕੋਲ ਜਾਓ, ਆਪਣਾ ਸਾਰਾ ਫਰਟਿਲਿਟੀ ਪੋਟੈਂਸ਼ੀਅਲ ਚੈੱਕ ਕਰਾਓ। ਜੋ ਸਵਾਲ ਹੈ ਉਹ ਸਾਰੇ ਸੋਚ ਕੇ ਪੁੱਛ ਕੇ ਜਾਓ। ਇੰਟਰਨੈਟ ਦੇ ਉੱਪਰ ਨਹੀਂ ਡਿਪੈਂਡ ਕਰੋ ਉਸ ਚੀਜ਼ ਵਾਸਤੇ ਕਿ ਆਪਾਂ ਨੇ ਇੱਕ ਚੀਜ਼ ਪਾਈ ਤਾਂ ਉਹਦਾ ਜੋ ਆਨਸਰ ਆਇਆ ਉਹਨੂੰ ਫੜ ਕੇ ਬੈਠ ਕੇ। ਹਮੇਸ਼ਾ ਵਿਜ਼ਿਟ ਕਰੋ ਡਾਕਟਰ ਨੂੰ, ਤਾਂ ਉਸ ਤੋਂ ਬਾਅਦ ਅੱਗੇ ਚੱਲ ਕੇ ਆਪਣੀ ਜੋ ਪ੍ਰੋਬਲਮਸ ਹੈ ਉਹਦਾ ਨਿਵਾਰਨ ਲੈ ਕੇ ਜਾਓ। ਖੁਸ਼ੀਆਂ ਸਾਡੇ ਕਰੀਬ ਨੇ, ਕੋਸ਼ਿਸ਼ ਕਰਨੀ ਹੈ ਕਿ ਅਸੀਂ ਕੁਝ ਕਦਮ ਅੱਗੇ ਵਧਾਈਏ ਔਰ ਉਸ ਖੁਸ਼ੀਆਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਈਏ। ਇਹੀ ਇੱਕ ਪ੍ਰੋਮਿਸ ਕਰਦਾ ਹੈ ਨੋਵਾ IVF ਸੈਕਟਰ 34 ਚੰਡੀਗੜ੍ਹ। ਥੈਂਕ ਯੂ ਸੋ ਵੈਰੀ ਮਚ ਡਾਕਟਰ ਮਨੀਸ਼ਾ। ਤੁਸੀਂ ਅੱਜ ਸਾਡੇ ਨਾਲ ਨਾ ਸਿਰਫ ਗੱਲਬਾਤਾਂ ਕੀਤੀਆਂ ਬਲਕਿ ਬੜੇ ਸਾਰੇ ਪ੍ਰੋਬਲਮਸ, ਕੰਸਰਨ ਔਰ ਜਿਹੜੇ ਟੈਨਸ਼ਨ ਵਾਲੇ ਪ੍ਰੋਸਪੈਕਟਿਵ ਸੀ IVF ਨੂੰ ਲੈ ਕੇ, ਉਹਨਾਂ ਨੂੰ ਵੀ ਵਾਈਪ ਆਊਟ ਕੀਤਾ। ਥੈਂਕ ਯੂ।